ਲਦਾਖ, ਜਿਸ ਨੂੰ ਠੰਡਾ ਰੇਗਿਸਤਾਨ ਵੀ ਕਿਹਾ ਜਾਂਦਾ ਹੈ, ਜਿੱਥੇ ਦੁਨੀਆ 'ਚ ਸਭ ਤੋਂ ਘੱਟ ਬਰਸਾਤ ਪੈਂਦੀ ਹੈ ਅਤੇ ਜਿੱਥੇ ਮੰਫੀ ਤਾਪਮਾਨ ਵਿੱਚ ਜਮ੍ਹਾਂ ਦੇਣ ਵਾਲੀ ਅੱਧ ਦੀ ਸਰਦੀ ਪੈਂਦੀ ਹੈ, ਜਿੱਥੇ ਇਨਸਾਨੀ ਛੇੜਛਾੜ ਰਹਿਤ ਸ਼ੀਸ਼ੇ ਵਰਗੇ ਸਾਫ਼ ਪਾਣੀਆਂ ਵਾਲੀਆਂ ਖੂਬਸੂਰਤ ਝੀਲਾਂ ਨੇ, ਸੈਂਕੜੇ ਸਾਲ ਪੁਰਾਣੇ ਪਹਾੜੀ ਚੋਟੀਆਂ 'ਤੇ ਬੜੇ ਹੈਰਾਨ ਕਰਨ ਵਾਲੇ ਬੋਧੀ ਮੱਠ ਅਤੇ ਪੁਰਾਣੇ ਸ਼ਾਸਕਾਂ ਦੇ ਮਹਿਲ ਨੇ, ਅਤੇ ਮੁਸਲਿਮ ਬਹੁ ਗਿਣਤੀ ਦੇ ਪੇਂਡੂ ਭੋਲੇ ਭਾਲੇ ਲੋਕ ਜੋ ਦੁਨੀਆ ਦੀ ਤੇਜ਼ ਰਫ਼ਤਾਰ ਅਤੇ ਚਕਾਚੌਂਧ ਤੋਂ ਬਿਲਕੁਲ ਅਣਜਾਣ ਕਿਸੇ ਦੂਜੀ ਦੁਨੀਆ ਦੇ ਵਾਸੀ ਨੇ। ਮੇਰੇ ਨਾਲ ਬਹੁਤ ਸਾਲਾਂ ਪਹਿਲੇ ਇਹ ਉੱਥੋਂ ਦੇ ਵਿਸਮਾਦੀ ਅਤੇ ਲੜੀਵਾਰ ਉੱਚੇ ਅਤੇ ਸੁਨਸਾਨ ਪਹਾੜਾਂ 'ਚ ਵਾਪਰੀ ਇੱਕ ਗਾਥਾ ਹੈ। ਕਈ ਵਾਰ ਲਦਾਖ ਜਾਣ ਤੋਂ ਖੁੰਝ ਜਾਣ ਕਰਕੇ ਮੈਂ ਇਸ ਵਾਰ ਜਾਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਮੈਂ ਹਮੇਸ਼ਾ ਵਾਂਗ ਇਸ ਵਾਰੀ ਵੀ ਬਿਨਾਂ ਕਿਸੇ ਸਾਥ ਦੀ ਉਮੀਦ ਕੀਤੇ ਮੂੰਹ ਹਨੇਰੇ ਹੀ ਇਕੱਲਾ ਨਿਕਲ ਪਿਆ। ਰਸਤਾ ਉੱਬੜ ਖਾਬੜ ਹੋਣ ਕਰਕੇ ਅਤੇ ਮੇਰੀ ਕਾਰ 4x4 ਨਾ ਹੋਣ ਕਾਰਨ ਮੈਂ ਆਪਣੀ ਕਾਰ ਸ਼੍ਰੀਨਗਰ ਹੀ ਛੱਡ ਕੇ ਉੱਥੋਂ ਕਾਰਗਿਲ ਤੱਕ ਇੱਕ ਕਿਰਾਏ ਦੀ ਕਾਰ ਰਾਹੀਂ ਜਾਣ ਦਾ ਫੈਸਲਾ ਕੀਤਾ, ਕਿਉਂਕਿ ਇੱਕ ਵਾਰ ਵਿੱਚ ਸਿਰਫ ਕਾਰਗਿਲ ਤੱਕ ਹੀ ਜਾ ਸਕਣ ਹੋਣ ਕਰਕੇ ਅਤੇ ਲੰਮੇ ਸੁਨਸਾਨ ਸਫ਼ਰ 'ਤੇ ਇਕੱਲਾ ਡਰਾਈਵਰ ਹੋਣ ਕਰਕੇ ਮੈਂ ਕਿਰਾਏ ਦੀ ਕਾਰ 'ਚ ਹੀ ਜਾਣਾ ਬਿਹਤਰ ਸਮਝਿਆ। ਦੂਜਾ ਕਾਰਨ ਇਹ ਵੀ ਸੀ ਕਿ ਮੈਂ ਕੁਦਰਤ ਦੇ ਅਸੀਮ ਨਜ਼ਾਰੇ ਆਪਣੇ ਅੰਦਰ ਉਤਾਰ ਲੈਣਾ ਚਾਹੁੰਦਾ ਸੀ, ਬੇਫਿਕਰੀ ਨਾਲ ਘੁੰਮਣਾ ਚਾਹੁੰਦਾ ਸੀ ਅਤੇ ਬਿਨਾਂ ਕਿਸੇ ਬੰਦਿਸ਼ ਦੇ, ਜਿੱਥੇ ਮੈਂ ਕਾਰ ਦੀ ਸਾਂਭ ਸੰਭਾਲ ਤੋਂ ਬੇਫਿਕਰ ਡੂੰਘੇ ਪਹਾੜੀ ਪਿੰਡ ਵਿੱਚ ਉਤਰ ਸਕਾਂ ਅਤੇ ਉੱਚੇ ਪਹਾੜਾਂ ਨੂੰ ਪੈਦਲ ਗਾ ਸਕਾਂ। ਮੇਰੇ ਇਹੀ ਫੈਸਲੇ ਨੇ ਮੇਰੀ ਯਾਤਰਾ 'ਚ ਰੋਮਾਂਚ ਭਰ ਦਿੱਤਾ। ਬੇਸ਼ੱਕ ਇਹ ਗੱਲ ਮੇਰੇ ਲਈ ਜਾਨ ਤੱਕ ਜਾਣ ਦਾ ਖਤਰਾ ਮੁੱਲ ਲੈਣ ਦਾ ਕਾਰਨ ਵੀ ਬਣਦੀ ਬਚੀ। ਉਸਮਾਨ, ਜੋ ਮੇਰੇ ਡਰਾਈਵਰ ਦਾ ਨਾਮ ਸੀ, ਬਹੁਤ ਮਿਲਣਸਾਰ ਅਤੇ ਮਨੋਰੰਜਕ ਇਨਸਾਨ ਸੀ। ਅਸੀਂ ਬਹੁਤ ਦੋਸਤਾਨਾ ਮਾਹੌਲ ਵਿੱਚ ਸਫ਼ਰ ਕੀਤਾ। ਉਸਮਾਨ, ਕਿੰਨੀ ਦੇਰ ਹੋ ਗਈ ਤੈਨੂੰ ਇਸ ਰੂਟ 'ਤੇ ਗੱਡੀ ਚਲਾਉਂਦਿਆਂ? ਬਹੁਤ ਸਾਲ ਹੋ ਗਏ ਜਨਾਬ। ਪਹਿਲੇ ਮੇਰੇ ਅੱਬਾ ਲਾਰੀ ਚਲਾਉਂਦੇ ਸੀ ਇਸ ਰੂਟ 'ਤੇ, ਮੈਂ ਵੀ ਬਹੁਤ ਵਾਰ ਨਾਲ ਆ ਜਾਂਦਾ ਸੀ। ਫਿਰ ਮੈਟ੍ਰਿਕ ਤੋਂ ਬਾਅਦ ਅੱਬਾ ਦੇ ਨਾਲ ਹੀ ਲੱਗ ਗਿਆ। ਸਮਝੋ ਬਚਪਨ ਤੋਂ ਹੀ ਇਸ ਰੂਟ 'ਤੇ ਹਾਂ। ਉਹ ਹੱਸ ਪਿਆ। ਹੁਣ ਤੇਰੇ ਅੱਬਾ ਕੀ ਕਰਦੇ ਨੇ ਉਸਮਾਨ? ਮੈਂ ਸਫ਼ਰ ਕੱਟਣ ਲਈ ਗੱਲਬਾਤ ਜਾਰੀ ਰੱਖਦੇ ਪੁੱਛਿਆ। ਉਹ ਇਸ ਦੁਨੀਆ ਵਿੱਚ ਹੁਣ ਨਹੀਂ ਰਹੇ। ਉਸਨੇ ਠੰਡਾ ਹੌਕਾ ਭਰਿਆ। ਓਹੋ, ਕਿਉਂ? ਕੀ ਹੋਇਆ ਸੀ? ਫੋਟੂਲਾ ਟੌਪ ਨੇੜੇ ਲਾਰੀ ਖਾਈ ਵਿੱਚ ਚਲੀ ਗਈ ਸੀ। ਮਾਫ਼ ਕਰੀ ਉਸਮਾਨ, ਮੈਂ ਗਲਤ ਸਵਾਲ ਪੁੱਛ ਲਿਆ। ਨਹੀਂ ਸਰਦਾਰ ਜੀ, ਕੋਈ ਗੱਲ ਨਹੀਂ। ਤੂੰ ਬਹੁਤ ਪਿਆਰ ਕਰਦਾ ਹੋਵੇਂਗਾ ਆਪਣੇ ਅੱਬੂ ਨੂੰ, ਤੇਰਾ ਚਿਹਰਾ ਦੱਸਦਾ ਹੈ। ਤੂੰ ਬਹੁਤ ਜਿਗਰੇ ਵਾਲਾ ਇਨਸਾਨ ਹੈ ਜੋ ਇਸ ਰੂਟ 'ਤੇ ਹਲੇ ਵੀ ਕੰਮ ਕਰ ਰਿਹਾ ਹੈ ਅਤੇ ਬਾਰ-ਬਾਰ ਆਪਣੇ ਪਿਆਰੇ ਅੱਬੂ ਦੀ ਫੌਤ ਵਾਲੀ ਉਸ ਥਾਂ ਤੋਂ ਲੰਘਦਾ ਹੈ। ਉਸਮਾਨ ਦੀਆਂ ਅੱਖਾਂ ਵਿੱਚ ਆਪਣੇ ਅੱਬੂ ਲਈ ਬਹੁਤ ਸਾਰਾ ਪਿਆਰ ਸੀ। ਉਹ ਭਾਵੁਕ ਹੋ ਗਿਆ ਸੀ, ਪਰ ਆਪਣੇ ਜਜ਼ਬਾਤ ਸਮੇਟਦਿਆਂ ਉਹ ਕੁਝ ਚਿਰ ਚੁੱਪ ਰਹਿ ਕੇ ਬੋਲਿਆ, ਸਰਦਾਰ ਜੀ, ਕੁਝ ਕੰਮ ਚਾਹੇ ਜਾਂ ਅਣਜਾਣੇ ਕਰਨੇ ਹੀ ਪੈਂਦੇ ਨੇ। ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ। ਅੱਬੂ ਦੀ ਲਾਰੀ ਹੁਣ ਵੀ ਉੱਥੇ ਬਹੁਤ ਡੂੰਘੀ ਖਾਈ ਵਿੱਚ ਕਿਤੇ ਟੁੱਟੀ ਫੁੱਟੀ ਪਈ ਹੋਏਗੀ। ਕਈ ਵਾਰ ਦਿਲ ਕਰਦਾ ਹੈ ਕਿ ਇੱਕ ਵਾਰ ਵੇਖ ਕੇ ਆਵਾਂ, ਇੱਕ ਤਰ੍ਹਾਂ ਨਾਲ ਆਪਣੇ ਅੱਬੂ ਨੂੰ ਹੀ ਜਿਵੇਂ ਮਿਲ ਕੇ ਆਵਾਂ। ਪਰ ਇਹ ਠੰਡਾ ਰੇਗਿਸਤਾਨ ਹੈ ਸਾਹਿਬ, ਇੰਨਾ ਆਸਾਨ ਨਹੀਂ ਜਾਣਾ। ਮੈਂ ਪਹਾੜੀ 'ਤੇ ਰੁਕ ਕੇ ਵੀ ਆਪਣੇ ਦਿਲ ਦਾ ਬੋਝ ਕਈ ਵਾਰ ਹਲਕਾ ਕਰ ਲੈਂਦਾ ਹਾਂ। ਉਸਮਾਨ ਦੀਆਂ ਗੱਲਾਂ 'ਤੇ ਚੁੱਪਚਾਪ ਬਿਨਾਂ ਇਜਾਜ਼ਤ ਇੱਕ ਹੰਝੂ ਤਿਲਕ ਆਇਆ ਜੋ ਉਸਨੇ ਮੇਰੇ ਤੋਂ ਛੁਪਾ ਕੇ ਪੂੰਝ ਲਿਆ। ਉਸਨੇ ਮੇਰੇ ਨਾਲ ਲੱਦਾਖ ਦੀਆਂ ਬਹੁਤ ਸਾਰੀਆਂ ਇਤਿਹਾਸਕ ਗੱਲਾਂ ਕੀਤੀਆਂ ਅਤੇ ਬਹੁਤ ਸਾਰੇ ਭੇਦ ਸਾਂਝੇ ਕੀਤੇ ਜੋ ਮੈਨੂੰ ਬਹੁਤ ਅਜੀਬ ਲੱਗੇ। ਆਖਿਰ ਬਹੁਤ ਸਾਰੇ ਖਤਰਨਾਕ ਦर्रे ਅਤੇ ਦਿਵਯ ਪਹਾੜੀਆਂ ਰਸਤੇ ਪਾਰ ਕਰਦਿਆਂ
ਮੈਂ ਸ੍ਰਿਸ਼ਟੀ ਦੀ ਵਿਸ਼ਾਲ ਕੈਨਵਸ ਤੇ ਕੁਦਰਤ ਦੇ ਬਣਾਏ ਚਿੱਤਰ ਦਾ ਆਨੰਦ ਲੈਂਦਾ ਜਾ ਰਿਹਾ ਸੀ ਕਿ ਅਚਾਨਕ ਭਿਅੰਕਰ ਆਵਾਜ਼ ਜਿਹੀ ਆਈ। ਅਸੀਂ ਇੱਕ ਪਹਾੜੀ ਨਾਲਾ ਪਾਰ ਕਰ ਰਹੇ ਸੀ। ਉਸਮਾਨ ਬਹੁਤ ਘਬਰਾ ਗਿਆ। ਉਸ ਦੀ ਘਬਰਾਹਟ ਦੇਖ ਕੇ ਮੈਂ ਵੀ ਘਬਰਾ ਗਿਆ। ਉਸਨੇ ਗੱਡੀ ਬਹੁਤ ਤੇਜ਼ ਕਰ ਦਿੱਤੀ ਅਤੇ ਜਲਦੀ ਤੋਂ ਜਲਦੀ ਉਹ ਪਹਾੜੀ ਨਾਲਾ ਪਾਰ ਕਰਕੇ ਉੱਚੀ ਥਾਂ ਤੇ ਪਹੁੰਚ ਜਾਣਾ ਚਾਹੁੰਦਾ ਸੀ। ਕੀ ਹੋਇਆ ਉਸਮਾਨ? ਇਹ ਆਵਾਜ਼ ਕਾਹਦੀ ਸੀ? ਉੱਪਰ ਕਿਤੇ ਬੱਦਲ ਫਟ ਗਿਆ ਲੱਗਦਾ ਹੈ ਸਾਹਬ। ਬੱਦਲ ਫਟ ਗਿਆ? ਪਰ ਫਿਰ ਕੀ ਹੋਇਆ ਜੇ ਫਟ ਗਿਆ? ਇਹਦੇ ਨਾਲ ਕੀ ਹੁੰਦਾ ਹੈ? ਇੱਕਦਮ ਭਿਅੰਕਰ ਹੜ੍ਹ ਆ ਜਾਂਦਾ ਹੈ ਜਨਾਬ। ਬਹੁਤ ਭਾਰੀ ਤਬਾਹੀ ਹੁੰਦੀ ਹੈ। ਆਪਾਂ ਨੂੰ ਛੇਤੀ ਹੀ ਉੱਚੀ ਥਾਂ ਤੇ ਜਾਣਾ ਚਾਹੀਦਾ ਹੈ। ਨਹੀਂ ਤਾਂ ਬਚਣਾ ਮੁਸ਼ਕਿਲ ਹੈ। ਇਹ ਕਹਿ ਕੇ ਉਸਨੇ ਮੈਨੂੰ ਕੁਝ ਚਿੰਤਿਤ ਕਰ ਦਿੱਤਾ। ਅਸੀਂ ਜਲਦੀ ਨਾਲ ਪਹਾੜ ਦੀ ਉਚਾਈ ਵੱਲ ਵਧਣਾ ਸ਼ੁਰੂ ਹੋ ਗਏ। ਹਲੇ ਕੁਝ ਕੁ ਦੇਰ ਹੀ ਹੋਈ ਸੀ ਕਿ ਮੈਂ ਉੱਪਰੋਂ ਨਾਲੇ ਵੱਲ ਵੇਖਿਆ ਤੇ ਪਾਣੀ ਦਾ ਵਹਾਅ ਦਰਖਤਾਂ ਅਤੇ ਪੱਥਰਾਂ ਮਿੱਟੀ ਨੂੰ ਕੜੀਸਦਾ ਸ਼ੂਕਦੇ ਹੋਏ ਰਾਖਸ਼ ਵਾਂਗ ਵਹਿਣ ਲੱਗਾ। ਬਹੁਤ ਖੌਫਨਾਕ ਮੰਜ਼ਰ ਸੀ। ਅਗਲੇ ਦਿਨ ਅਖਬਾਰ ਵਿੱਚ ਇਸ ਬੱਦਲ ਦੇ ਫਟਣ ਨਾਲ ਬਹੁਤ ਭਿਅੰਕਰ ਨੁਕਸਾਨ ਹੋਣ ਦੀਆਂ ਖਬਰਾਂ ਸੀ। ਮੈਂ ਕਿਸਮਤ ਵਾਲਾ ਰਿਹਾ ਸੀ ਜੋ ਇੱਕ ਸਥਾਨਕ ਤਜਰਬੇਕਾਰ ਡਰਾਈਵਰ ਦੇ ਕਾਰਨ ਵਕਤ ਰਹਿੰਦਿਆਂ ਬਚਣ ਵਿੱਚ ਕਾਮਯਾਬ ਰਿਹਾ ਸੀ। ਕਿਉਂ ਸਾਹਿਬ, ਉਮਰ ਦਾ ਤਜਰਬਾ ਕੰਮ ਆਇਆ ਨਾ। ਉਸਨੇ ਖਤਰੇ ਤੋਂ ਬਾਹਰ ਹੁੰਦਿਆਂ ਉਚਾਈ ਤੇ ਜਾ ਕੇ ਇੱਕ ਪਾਸੇ ਗੱਡੀ ਲਾ ਦਿੱਤੀ ਤੇ ਸ਼ੂਕ ਦੇ ਨਾਲੇ ਵੱਲ ਵੇਖਦਿਆਂ ਜੇਤੂ ਮੁਸਕਾਨ ਨਾਲ ਕਿਹਾ। ਨਾਲੇ ਵਿੱਚ ਦਰਖਤ, ਮਰੇ ਜਾਨਵਰ, ਘਰਾਂ ਦੀਆਂ ਛੱਤਾਂ ਤੇ ਬਹੁਤ ਸਾਰਾ ਚਿੱਕੜ ਮਿੱਟੀ ਰੁੜੇ ਜਾ ਰਹੇ ਸਨ। ਮੈਂ ਉਸਦੇ ਤਜਰਬੇ ਦਾ ਕਾਇਲ ਹੋ ਗਿਆ ਸਾਂ। ਅਸੀਂ ਕੁਝ ਦੇਰ ਰੁਕਣ ਤੋਂ ਬਾਅਦ ਅੱਗੇ ਵਧਣਾ ਸ਼ੁਰੂ ਹੋ ਗਏ। ਪਰ ਹੁਣ ਹਾਲਾਤ ਥੋੜ੍ਹੇ ਬੋਝਲ ਹੋ ਰਹੇ ਸਨ। ਜਿਵੇਂ ਅਸੀਂ ਅੱਗੇ ਵਧ ਰਹੇ ਸਾਂ, ਮੇਰੇ ਲਈ ਇੱਕ ਅਜੀਬ ਤੇ ਨਵੀਂ ਜਿਹੀ ਦੁਨੀਆ ਆ ਰਹੀ ਸੀ, ਜਿਵੇਂ ਕਿਸੇ ਹੋਰ ਗ੍ਰਹਿ ਦੀ ਦੁਨੀਆ ਹੋਵੇ। ਮੇਰੀ ਕਲਪਨਾ ਤੋਂ ਪਰੇ ਦੀ ਦੁਨੀਆ। ਬਹੁਤੀ ਥਾਈਂ ਪਹਾੜਾਂ ਤੇ ਘਾਹ ਦੀ ਇੱਕ ਵੀ ਤਿੜ ਤੱਕ ਨਹੀਂ ਉੱਗੀ ਹੋਈ ਸੀ। ਸਭ ਕੁਝ ਖੁਸ਼ਕ ਸੀ, ਰੇਤੀਲਾ ਜਿਹਾ, ਬੰਜਰ ਤੇ ਕਿਤੇ ਪਥਰੀਲਾ, ਕਿਤੇ ਮਟਿਆਲਾ ਤੇ ਕਿਤੇ ਕੱਚਾ ਸੀ। ਦੂਰ ਤੱਕ ਆਬਾਦੀ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ। ਹਰ ਪਾਸੇ ਗੰਜੇ ਪਹਾੜ, ਤੇ ਉਹ ਵੀ ਸੈਂਕੜਿਆਂ ਦੀ ਤਾਦਾਦ ਵਿੱਚ, ਗਗਨਚੁੰਬੀ ਤੇ ਆਸਮਾਨ ਨੂੰ ਛੂੰਹਦੇ ਹੋਏ। ਕਈ ਮੀਲ ਇੰਝ ਹੀ ਲੰਘ ਜਾਂਦੇ ਤੇ ਫਿਰ ਕਿਸੇ ਜਗ੍ਹਾ ਕੁਝ ਕੱਚੇ ਘਰ ਆਉਂਦੇ, ਜਾਂ ਦੂਰ ਕਿਸੇ ਥਾਂ ਕੋਈ ਸੁਨਸਾਨ ਪਹਾੜੀ ਤੇ ਬੋਧੀ ਮੱਠ ਨਜ਼ਰ ਆਉਂਦਾ। ਦੂਰ ਤੱਕ ਸਿੱਧੀਆਂ ਖੜੀਆਂ ਪਹਾੜੀਆਂ, ਬਹੁਤ ਅਜੀਬ, ਜਿੱਥੇ ਹਜ਼ਾਰਾਂ ਸਾਲਾਂ ਤੋਂ ਕਦੀ ਕਿਸੇ ਇਨਸਾਨ ਦੇ ਪੈਰ ਨਹੀਂ ਛੂਏ ਹੋਣੇ। ਮੈਂ ਵਿਸਮਾਦ ਵਿੱਚ ਖੋਇਆ ਹੋਇਆ ਦੇਖੀ ਜਾ ਰਿਹਾ ਸਾਂ। ਕਾਫੀ ਦੇਰ ਇੰਜ ਨਿਕਲ ਗਈ ਤਾਂ ਸੜਕ ਦੇ ਉੱਪਰ ਇੱਕ ਥਾਂ ਤੇ ਕੁਝ 10 ਕੁ ਦਰਖਤ ਨਜ਼ਰ ਆਏ ਤੇ 2 ਕੁ ਘਰ। ਉਸਮਾਨ ਨੇ ਉੱਥੇ ਗੱਡੀ ਰੋਕ ਲਈ ਤੇ ਇੱਕ ਬੋਧੀ ਬਾਹਰ ਆਇਆ। ਉਸਨੂੰ ਉਸਮਾਨ ਨੇ ਆਪਣੀ ਭਾਸ਼ਾ 'ਚ ਕੁਝ ਕਿਹਾ ਤੇ ਫਿਰ ਮੈਨੂੰ ਪੁੱਛਣ ਲੱਗਾ, ਇੱਥੇ ਦੀ ਚਾਹ ਵਰਗੀ ਕੋਈ ਚੀਜ਼ ਪੀਣਾ ਪਸੰਦ ਕਰੋਗੇ ਜਨਾਬ? ਕਿਉਂ ਨਹੀਂ, ਜ਼ਰੂਰ ਤਜਰਬਾ ਕਰਨਾ ਚਾਹਾਂਗਾ। ਕੁਝ ਦੇਰ ਬਾਅਦ ਉਹ 2 ਮਿੱਟੀ ਦੇ ਕੁੱਜਿਆਂ ਜਿਹਾਂ ਵਿੱਚ ਗਰਮ ਸ਼ੋਰਬਾ ਜਿਹਾ ਲੈ ਆਇਆ। ਮੈਂ ਇੱਕ ਘੁੱਟ ਭਰਿਆ ਤਾਂ ਅਜੀਬ ਲੱਗਾ, ਪਰ ਉਸਮਾਨ ਬਹੁਤ ਸਵਾਦ ਲੈ ਕੇ ਪੀ ਰਿਹਾ ਸੀ। ਮੇਰੇ ਵੱਲ ਦੇਖਦਾ ਬੋਲਿਆ, ਵਧੀਆ ਨਹੀਂ ਲੱਗਾ ਸਾਹਿਬ? ਮੈਂ ਕਿਹਾ, ਠੀਕ ਹੈ, ਪਰ ਥੋੜਾ ਅਜੀਬ ਹੈ। 2-3 ਘੁੱਟ ਭਰੋਗੇ ਫਿਰ ਨਹੀਂ ਲੱਗੇਗਾ। ਪਹਿਲੀ ਵਾਰ ਪੀ ਰਹੇ ਹੋ, ਇਸ ਲਈ ਲੱਗ ਰਿਹਾ ਹੈ। ਵਾਕਿਆ ਹੀ 2-3 ਘੁੱਟ ਭਰਨ ਤੋਂ ਬਾਅਦ ਉਹ ਬਹੁਤ ਲਜ਼ੀਜ਼ ਲੱਗਣ ਲੱਗ ਪਿਆ। ਪੀਣ ਤੋਂ 10 ਮਿੰਟ ਬਾਅਦ ਥਕਾਵਟ ਅਤੇ ਸੁਸਤੀ ਜਿਵੇਂ ਉੱਡ ਹੀ ਗਈ ਹੋਵੇ। ਮੈਂ ਇੱਕਦਮ ਤਰੋ ਤਾਜ਼ਾ ਹੋ ਗਿਆ। ਅਸੀਂ ਅੱਗੇ ਚੱਲ ਪਏ ਤੇ ਬਹੁਤ ਸਾਰੇ ਉੱਚੇ ਨੀਵੇਂ ਤੇ ਕਦੀ ਸਪਾਟ ਤੇ ਕਦੀ ਖਤਰਨਾਕ ਰਸਤੇ ਪਾਰ ਕਰਦਿਆਂ ਦਰਾਸ ਪੁੱਜ ਗਏ। ਮੈਂ ਦਰਾਸ ਦੇ ਮੁੱਖ ਬਿਜਲੀ ਘਰ ਵਿੱਚ ਆਪਣੇ ਦੋਸਤ ਨੂੰ ਮਿਲਣ ਲਈ ਰੁਕਿਆ, ਜੋ ਉੱਥੇ ਦਾ ਮੁੱਖ ਇੰਜੀਨੀਅਰ ਸੀ। ਪਰ ਕਿਸੇ ਕਾਰਨ ਉਹ ਉੱਥੇ ਨਹੀਂ ਸੀ
ਤੇ ਕਾਰਗਿਲ ਆਪਣੇ ਘਰ ਜਾ ਚੁੱਕਾ ਸੀ। ਮੈਂ ਕਾਰਗਿਲ ਵਾਸਤੇ ਚੱਲ ਪਿਆ। ਰਸਤੇ ਵਿੱਚ ਉਸਮਾਨ ਨੇ ਮੈਨੂੰ ਬਹੁਤ ਸ਼ਾਨਦਾਰ ਢੰਗ ਨਾਲ ਉੱਥੋਂ ਦੀ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਸਨੇ ਹਰ ਪਹਾੜੀ ਚੋਟੀ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਹੜੀ ਚੋਟੀ ਪਾਕਿਸਤਾਨ ਦੇ ਕਬਜ਼ੇ 'ਚ ਹੈ ਤੇ ਅਸੀਂ ਉਹਨਾਂ ਦੀ ਰੇਂਜ ਵਿੱਚ ਹਾਂ, ਤੇ ਕਿਹੜੀ ਚੋਟੀ ਤੋਂ ਉਹ ਸਾਡੀ ਮਾਰ ਹੇਠ ਹਨ, ਅਤੇ ਕਿਹੜੀ ਥਾਂ ਚੀਨ ਨੂੰ ਪਾਕਿਸਤਾਨ ਨੇ ਤੋਹਫੇ 'ਚ ਦੇ ਦਿੱਤੀ ਹੈ ਤੇ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਮਾਰ ਹੇਠਾਂ ਹਾਂ। ਮੈਂ ਉਦੋਂ ਤੋਲੋਲਿੰਗ ਦੀ ਪਹਾੜੀ ਵੀ ਦੇਖੀ, ਜਿੱਥੇ ਕਾਰਗਿਲ ਜੰਗ ਦੇ ਘੁਸਪੈਠੀਏ ਪੇਸ ਬਦਲ ਕੇ ਆ ਕੇ ਭਾਰਤੀ ਫੌਜ ਦੀ ਹੀ ਕੰਟੀਨ ਤੋਂ ਖਾਣਾ ਪੀਣ ਦਾ ਸਮਾਨ ਇਕੱਠਾ ਕਰਕੇ ਆਪਣੇ ਬੰਕਰਾਂ ਵਿੱਚ ਲੈ ਜਾਂਦੇ ਸੀ। ਕਰੀਬ ਘੰਟੇ ਕੁ ਦੇ ਫਰਕ ਨਾਲ ਅਸੀਂ ਕਾਰਗਿਲ ਪਹੁੰਚ ਗਏ। ਸ਼ਾਮ ਦਾ ਸੁਹਾਵਣਾ ਸਮਾਂ ਸੀ। ਮਸਜਿਦ 'ਚੋਂ ਨਮਾਜ਼ ਅਦਾ ਕਰਦੇ ਹੋਣ ਦੀ ਆਵਾਜ਼ ਆ ਰਹੀ ਸੀ ਤੇ ਇੱਕ ਪਾਸੇ ਤਿੱਬਤੀ ਬਾਜ਼ਾਰ ਲੱਗਾ ਸੀ। ਹਲਕੀ ਚਹਿਲ ਪਹਿਲ ਸੀ। ਬਹੁਤ ਸ਼ਾਂਤ ਵਾਤਾਵਰਣ। ਘਰਾਂ 'ਚੋਂ ਮੱਧਮ ਰੌਸ਼ਨੀਆਂ ਬਾਹਰ ਆ ਰਹੀਆਂ ਸਨ। ਬਹੁਤ ਸੋਹਣੀ ਥਾਂ ਸੀ। ਮੈਂ ਉਸਮਾਨ ਨੂੰ ਪਤਾ ਦੱਸਿਆ ਤਾਂ ਉਹ ਮੈਨੂੰ ਮੇਰੇ ਦੋਸਤ ਦੇ ਘਰ ਦੇ ਅੱਗੇ ਲੈ ਗਿਆ। ਇਹ ਇੱਕ ਪਹਾੜੀ ਦਰਿਆ ਦੇ ਬਿਲਕੁਲ ਕੰਢੇ ਤੇ ਬਣਿਆ ਪੁਰਾਤਨ ਢੰਗ ਦਾ ਘਰ ਸੀ। ਜਿਵੇਂ ਹੀ ਉਸਨੂੰ ਮੇਰੇ ਆਉਣ ਦਾ ਪਤਾ ਲੱਗਾ, ਉਹ ਬਹੁਤ ਉਤਸ਼ਾਹ ਨਾਲ ਮੈਨੂੰ ਮਿਲਿਆ ਤੇ ਅੰਦਰ ਲੈ ਗਿਆ। ਮੈਂ ਉਸਮਾਨ ਨੂੰ ਬਹੁਤ ਪਿਆਰ ਨਾਲ ਗਲੇ ਲਗਾ ਕੇ ਵਿਦਾ ਕੀਤਾ। ਕਾਰਗਿਲ ਵਿੱਚ ਮੈਂ ਜਿਸ ਘਰ ਵਿੱਚ ਠਹਿਰਿਆ ਸੀ, ਉੱਥੇ ਬਹੁਤ ਹੀ ਆਨੰਦਮਈ ਵਾਤਾਵਰਣ ਸੀ। ਬੇਸ਼ੱਕ ਕਮਰੇ ਥੋੜੇ ਛੋਟੇ ਸੀ, ਪਰ ਬਹੁਤ ਸਾਫ਼ ਤੇ ਸਲੀਕੇ ਨਾਲ ਸਜਾਇਆ ਹੋਇਆ। ਉਹ ਝੂੰਪੜੀਨੁਮਾ ਪੱਕਾ ਘਰ ਸੀ। ਜ਼ਮੀਨ ਤੇ ਇੱਕ ਲਾਲ ਰੰਗ ਦਾ ਗਲੀਚਾ ਤੇ ਕੰਧ ਨਾਲ ਗੋਲ ਸਰਾਣੇ ਪਏ ਹੋਏ ਸਨ। ਅੰਦਰ ਦਰਿਆ ਦੇ ਪਾਣੀ ਵਗਣ ਦੀ ਮਿੱਠੀ ਮਿੱਠੀ ਆਵਾਜ਼ ਲਗਾਤਾਰ ਆ ਰਹੀ ਸੀ। ਫੇਰ ਅਸੀਂ ਕੁਝ ਖਾਣਾ ਖਾਧਾ ਅਤੇ ਸਥਾਨਕ ਬੇਕਰੀ ਦੇ ਲਜ਼ੀਜ਼ ਕੇਕ ਬਿਸਕੁਟਾਂ ਨਾਲ ਚਾਹ ਪੀਤੀ। ਮੈਂ ਤੇ ਮੇਰਾ ਦੋਸਤ ਕੁਝ ਦੇਰ ਕਾਰਗਿਲ ਦੇ ਛੋਟੇ ਜਿਹੇ ਪਹਾੜੀ ਬਾਜ਼ਾਰ ਵਿੱਚ ਘੁੰਮ ਕੇ ਆਏ ਅਤੇ ਜਿਸ ਦੇ ਬਾਅਦ ਮੈਂ ਆਰਾਮ ਕਰਨ ਲਈ ਚਲਾ ਗਿਆ, ਕਿਉਂਕਿ ਸਵੇਰੇ ਫਿਰ ਅਗਲੀ ਯਾਤਰਾ ਲੇਹ ਤੱਕ ਦੀ ਆਰੰਭ ਕਰਨੀ ਸੀ, ਜਿਸ ਵਾਸਤੇ ਸਵੇਰੇ 4 ਵਜੇ ਨਿਕਲਣਾ ਹੀ ਪੈਣਾ ਸੀ। ਦੋਸਤ ਨੇ ਅੱਗੇ ਜਾਣ ਲਈ ਮੇਰੇ ਲਈ ਇੱਕ ਸਾਧਨ ਦਾ ਇੰਤਜ਼ਾਮ ਕਰ ਦਿੱਤਾ ਸੀ। ਸਭ ਠੀਕ ਸੀ, ਪਰ ਕੱਲ੍ਹ ਵਾਸਤੇ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ, ਜੋ ਬਹੁਤ ਖਤਰਨਾਕ, ਰੋਮਾਂਚਕ ਤੇ ਰਹੱਸਮਈ ਸੀ। ਮੈਂ ਜਲਦੀ ਸੌਂ ਜਾਣਾ ਚਾਹੁੰਦਾ ਸੀ, ਪਰ ਰਾਤ ਦੇ ਸਨਾਟੇ ਵਿੱਚ ਬਾਹਰੋਂ ਆ ਰਹੀ ਪਾਣੀ ਦੀ ਆਵਾਜ਼ ਅਤੇ ਇਕਾਂਤ ਅਜੀਬ ਵਾਤਾਵਰਣ ਸਿਰਜ ਰਹੇ ਸੀ। ਬਸਤੀ ਵਿੱਚ ਦੂਰ ਕਿਸੇ ਘਰੋਂ ਪੁਰਾਤਨ ਸਾਜ਼ ਵੱਜਣ ਦੀ ਤੇ ਹੇਕ ਲਾਉਣ ਦੀ ਮਿੱਠੀ ਆਵਾਜ਼ ਆ ਰਹੀ ਸੀ। ਮੈਂ ਬਾਰੀ ਤੋਂ ਬਾਹਰ ਬੱਚਿਆਂ ਦੀਆਂ ਮਾਸੂਮ ਅੱਖਾਂ ਵਾਂਗ ਚਮਕਦਿਆਂ ਤਾਰਿਆਂ ਨੂੰ ਵੇਖਿਆ। ਉਹ ਮੈਨੂੰ ਇੰਨੇ ਨੇੜੇ ਲੱਗ ਰਹੇ ਸੀ, ਜਿਵੇਂ ਹੁਣੇ ਪੌੜੀ ਲਾ ਕੇ ਉਹਨਾਂ ਨੂੰ ਮੈਂ ਲਾ ਲਵਾਂਗਾ। ਮੈਂ ਕਾਰਗਿਲ ਵਿੱਚ ਘੱਟੋ ਘੱਟ 2 ਦਿਨ ਹੋਰ ਰੁਕਣਾ ਚਾਹੁੰਦਾ ਸੀ, ਪਰ ਫਿਰ ਮੈਂ ਲੇਹ ਲੱਦਾਖ ਤੋਂ ਵਾਪਸੀ 'ਤੇ ਰੁਕਣ ਦਾ ਅਤੇ ਘੁੰਮਣ ਦਾ ਫੈਸਲਾ ਕੀਤਾ, ਜਿਸ ਵਿੱਚ ਬਹੁਤ ਸਾਰਾ ਵਿਲੱਖਣ ਅਨੁਭਵ ਹੋਇਆ। ਮੈਂ ਆਪਣੀ ਆਦਤ ਅਨੁਸਾਰ ਸੌਣ ਤੋਂ ਪਹਿਲਾਂ ਕਰੀਬ 1 ਘੰਟਾ ਉਸ ਕੁਦਰਤੀ ਮਾਹੌਲ ਵਿੱਚ ਧਿਆਨ ਦੀ ਅਵਸਥਾ ਨੂੰ ਮਾਣਿਆ ਤੇ ਅਲਾਰਮ ਲਾ ਕੇ ਡੂੰਘੀ ਨੀਂਦ ਵਿੱਚ ਚਲਾ ਗਿਆ। ਅਗਲੇ ਦਿਨ ਮੇਰੀ ਯਾਤਰਾ ਦਾ ਕਠਿਨ ਪੜਾਅ ਆਰੰਭ ਹੋਣ ਵਾਲਾ ਸੀ ਅਤੇ ਮੇਰੀ ਖੋਜੀ ਬਿਰਤੀ ਮੇਰੀ ਜਾਨ ਨੂੰ ਜੋਖਿਮ ਵਿੱਚ ਪਾਉਣ ਵਾਲੀ ਸੀ, ਅਤੇ ਕੁਝ ਰਹੱਸਮਈ ਘਟਨਾਵਾਂ ਮੇਰੇ ਲਈ ਪ੍ਰਸ਼ਨ ਚਿੰਨ੍ਹ ਛੱਡ ਜਾਣ ਵਾਲੀਆਂ ਸਨ। ਸਵੇਰੇ 4 ਵਜੇ ਮੈਂ ਬਿਲਕੁਲ ਤਿਆਰ ਹੋ ਕੇ ਆਪਣਾ ਅਗਲਾ ਸਫ਼ਰ ਸ਼ੁਰੂ ਕਰਨ ਵਾਲਾ ਸੀ। ਦਰਿਆ ਦੇ ਪਾਣੀ ਦੇ ਮਿੱਠੇ ਸੰਗੀਤ ਅਤੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਮੁਕਤ ਸ਼ਾਂਤ ਵਾਤਾਵਰਣ ਵਿੱਚ ਰਾਤੀ ਬਹੁਤ ਸੋਹਣੀ ਨੀਂਦ ਆਈ ਤੇ ਮੇਰੀ ਸਾਰੀ ਥਕਾਵਟ ਉਤਰ ਚੁੱਕੀ ਸੀ। ਦੋਸਤ ਨੇ ਡਰਾਈਵਰ ਨੂੰ ਫੋਨ ਕੀਤਾ ਤੇ ਡਰਾਈਵਰ ਨੇ 5 ਮਿੰਟ ਬਾਅਦ ਘਰ ਦੇ ਬਾਹਰ ਹੀ ਹੌਰਨ ਮਾਰਿਆ।
ਮੈਂ ਦੋਸਤ ਨੂੰ ਵਾਪਸੀ ਤੇ ਫਿਰ ਮਿਲਣ ਦਾ ਕਹਿ ਕੇ ਨਿਕਲ ਪਿਆ। ਮੇਰੇ ਕੋਲ ਇੱਕ ਪਿੱਠੂ ਬੈਗ ਜਿਸ ਵਿੱਚ ਜ਼ਰੂਰਤ ਦਾ ਸਮਾਨ ਸੀ ਤੇ ਬਾਕੀ ਮੈਂ ਇੱਥੇ ਹੀ ਛੱਡ ਚੱਲਿਆ ਸੀ। ਡਰਾਈਵਰ ਨਾਲ ਦੋ ਕੁ ਗੱਲਾਂ ਕਰਨ ਨਾਲ ਮੈਨੂੰ ਇਲਮ ਹੋ ਗਿਆ ਕਿ ਹਰ ਡਰਾਈਵਰ ਉਸਮਾਨ ਨਹੀਂ ਹੁੰਦਾ। ਇਹ ਕੁਝ ਚੁਸਤ ਅਤੇ ਮੌਕਾ ਪ੍ਰਸਤ ਡਰਾਈਵਰ ਸੀ, ਪਰ ਮੈਂ ਜ਼ਿਆਦਾ ਨਹੀਂ ਸੋਚਿਆ ਕਿਉਂਕਿ ਦੁਨੀਆ ਰੰਗ ਬਿਰੰਗੀ ਹੈ। ਮੈਂ ਸਿਰਫ ਕੁਝ ਦੇਰ ਦੇ ਸਫ਼ਰ ਅਤੇ ਸਾਥ ਲਈ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ ਚਾਹੁੰਦਾ ਸੀ। ਇਸਨੇ ਗੱਡੀ ਟੈਕਸੀ ਅੱਡੇ ਵਿੱਚ ਖੜੀ ਕਰ ਲਈ ਅਤੇ ਮੈਨੂੰ ਕਿਸੇ ਦੀ ਝੂਠ-ਮੂਠ ਦੀ ਮਜਬੂਰੀ ਦੱਸ ਕੇ ਦੋ ਜਣਿਆਂ ਨੂੰ ਹੋਰ ਨਾਲ ਬਿਠਾ ਲਿਆ। ਮੈਂ ਉਸ ਦੀ ਦੱਸੀ ਗੱਲ ਨਾਲ ਤਰਸ ਕਰਕੇ ਉਹਨਾਂ ਸਵਾਰੀ ਨੂੰ ਬਿਠਾਉਣ ਲਈ ਰਜ਼ਾਮੰਦ ਹੋ ਗਿਆ। ਇਨ੍ਹਾਂ ਚੱਕਰਾਂ ਵਿੱਚ ਸਾਡੀ ਗੱਡੀ ਉੱਥੋਂ ਲੱਦਾਖ ਲਈ ਨਿਕਲਣ ਵਾਲੀ ਸਭ ਤੋਂ ਆਖਰੀ ਗੱਡੀ ਸੀ। ਅਸੀਂ ਸਵੇਰ ਦੇ ਚੁੱਪ ਜਿਹੇ ਮਾਹੌਲ ਵਿੱਚ ਹਲੇ 2 ਕੁ ਘੰਟੇ ਦਾ ਸਫ਼ਰ ਕੀਤਾ ਸੀ। ਬਾਹਰ ਸੂਰਜ ਦੀ ਲਾਲੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਰਸਮੀ ਗੱਲਬਾਤ ਵਿੱਚ ਜਿਵੇਂ ਹੀ ਪਤਾ ਲੱਗਾ ਕਿ ਉਹਨਾਂ ਸਵਾਰੀਆਂ ਨੇ ਵੀ ਪੂਰੇ ਪੈਸੇ ਭਰ ਕੇ ਗੱਡੀ ਬੁੱਕ ਕੀਤੀ ਹੋਈ ਹੈ ਅਤੇ ਉਲਟਾ ਮੇਰੀ ਕਿਸੇ ਮਨ ਘੜਤ ਮਜਬੂਰੀ ਦਾ ਝੂਠ ਉਹਨਾਂ ਅੱਗੇ ਵੀ ਬੋਲਿਆ ਗਿਆ ਹੈ ਤੇ ਉਹ ਮੈਨੂੰ ਤਰਸ ਕਰਕੇ ਲਿਜਾ ਰਹੇ ਹਨ, ਤਾਂ ਉਹ ਡਰਾਈਵਰ ਨਾਲ ਉਲਝ ਪਏ। ਡਰਾਈਵਰ ਵੱਲੋਂ ਸਾਨੂੰ ਦੇਰੀ ਨਾਲ ਸਭ ਤੋਂ ਅਖੀਰ ਵਿੱਚ ਗੱਡੀ ਨੂੰ ਤੋਰਨਾ ਵੀ ਉਸੇ ਸਕੀਮ ਦਾ ਇੱਕ ਹਿੱਸਾ ਸੀ। ਮੈਂ ਸਫ਼ਰ ਦੇ ਮਜ਼ੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਹਨਾਂ ਨੂੰ ਚੁੱਪ ਰਹਿਣ ਲਈ ਅਤੇ ਹਰ ਤਰ੍ਹਾਂ ਨਾਲ ਰਜ਼ਾਮੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਰੋਜ਼ ਦੇ ਵਪਾਰੀ ਅਤੇ ਭੇਤੀ ਹੋਣ ਕਰਕੇ ਕਿਸੇ ਤਰ੍ਹਾਂ ਰਾਹ ਦੇਣ ਨੂੰ ਤਿਆਰ ਨਹੀਂ ਹੋਏ ਤੇ ਡਰਾਈਵਰ ਨਾਲ ਲੜਨ ਲੱਗ ਪਏ। ਡਰਾਈਵਰ ਵੀ ਉਹਨਾਂ ਨੂੰ ਵਾਪਸ ਲੈ ਕੇ ਜਾਣ ਲਈ ਤਿਆਰ ਸੀ, ਪਰ ਅੱਗੇ ਲੈ ਜਾਣ ਲਈ ਅਤੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸੀ। ਪਰ ਇਸ ਸਭ ਵਿੱਚ ਮੈਂ ਉਹਨਾਂ ਨੂੰ ਛੱਡ ਕੇ ਅੱਗੇ ਵਧਣ ਲਈ ਜ਼ਰੂਰ ਤਿਆਰ ਹੋ ਗਿਆ ਸੀ। ਪਿੱਛੇ ਤੋਂ ਆ ਰਹੇ ਇੱਕ ਸਰਦਾਰ ਜੀ ਦੇ ਟਰੱਕ ਨੂੰ ਮੈਂ ਹੱਥ ਦਿੱਤਾ ਤਾਂ ਉਹ ਰੁਕ ਗਏ। ਮੇਰੇ ਪੁੱਛਣ ਤੇ ਉਹ ਮੈਨੂੰ ਨਾਲ ਲੈ ਕੇ ਜਾਣ ਨੂੰ ਤਿਆਰ ਤਾਂ ਹੋ ਗਏ। ਇਹ ਕਸ਼ਮੀਰੀ ਮੂਲ ਦੇ ਸਰਦਾਰ ਜੀ ਸਨ, ਸੁਭਾਅ ਦੇ ਬਹੁਤ ਮਿਲਾਪੜੇ ਤੇ ਗਰਮਜੋਸ਼ੀ ਵਾਲੇ। ਹੁਣ ਮੇਰਾ ਸਫ਼ਰ ਟਰੱਕ ਰਾਹੀਂ ਸ਼ੁਰੂ ਹੋ ਗਿਆ। ਸਿੰਘ ਸਾਹਿਬ ਕਿੱਧਰ ਨੂੰ ਨਿਕਲੇ ਹੋ ਇਕੱਲੇ ਇਕੱਲੇ? ਉਹਨਾਂ ਮੇਰੇ ਅੰਦਰ ਬੈਠਦਿਆਂ ਹੀ ਮੈਨੂੰ ਪੁੱਛਿਆ। ਲੈ ਜਾ ਰਿਹਾ ਜੀ। ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਜਾਵਾਂਗਾ, ਫਿਰ ਹੋਰ ਬਹੁਤ ਥਾਵਾਂ 'ਤੇ। ਬਾਕੀ ਮੇਰੇ ਖਿਆਲ ਇਸ ਤੋਂ ਅੱਗੇ ਭਾਰਤ ਦਾ ਹੋਰ ਸ਼ਹਿਰ ਵੀ ਨਹੀਂ। ਅਸੀਂ ਦੋਵੇਂ ਹੱਸ ਪਏ। ਕਿਵੇਂ ਰਿਹਾ ਸਫ਼ਰ ਹੁਣ ਤੱਕ? ਮੈਂ ਜਵਾਬ ਦਿੱਤਾ, ਬਹੁਤ ਖੂਬ। ਬਾਕੀ ਇਹ ਤਾਂ ਹਲੇ ਇੱਕ ਤਰ੍ਹਾਂ ਨਾਲ ਸ਼ੁਰੂਆਤ ਹੀ ਹੈ ਜੀ। ਫਿਰ ਮੈਂ ਹੈਰਾਨ ਜਿਹੇ ਹੁੰਦਿਆਂ ਕਿਹਾ, ਮੈਂ ਪਹਿਲੀ ਵਾਰ ਟਰੱਕ ਦੇ ਅੰਦਰ ਬੈਠਾ ਸੀ। ਤੁਸੀਂ ਡਰਾਈਵਰਾਂ 'ਤੇ ਬਹੁਤ ਇੰਤਜ਼ਾਮ ਕਰਕੇ ਰੱਖੇ ਨੇ, ਅੰਦਰ ਸੌਣ ਦਾ, ਬਹਿਣ ਦਾ, ਖਾਣ ਪੀਣ ਦਾ। ਮੈਂ ਦੇਖਿਆ ਅੰਦਰ ਸਟੋਵ ਤੇ ਕੰਬਲ ਤੇ ਹੋਰ ਰਾਸ਼ਨ ਪਾਣੀ ਦਾ ਸਮਾਨ ਵੀ ਪਿਆ ਸੀ। ਅੱਧੀ ਜ਼ਿੰਦਗੀ ਤਾਂ ਸਾਡੀ ਇਸ 'ਚ ਹੀ ਲੰਘਦੀ ਹੈ ਸਾਹਿਬ। ਇੱਕ ਤਰ੍ਹਾਂ ਦਾ ਇਹ ਸਾਡਾ ਅੱਧਾ ਘਰ ਹੀ ਹੈ। ਕਦੋਂ ਕਿੱਥੇ ਕਿਸੇ ਕਾਰਨ ਰੁਕਣਾ ਪੈ ਜਾਵੇ ਕੋਈ ਪਤਾ ਨਹੀਂ, ਇਸ ਲਈ ਅਸੀਂ ਸਭ ਇੰਤਜ਼ਾਮ ਕਰਕੇ ਰੱਖੀਦਾ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹਨੇ ਮੈਨੂੰ ਡਰਾਈਵਰਾਂ ਦੇ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ, ਮੁਸੀਬਤਾਂ ਤੇ ਪੁਲਿਸ ਮਹਿਕਮੇ ਤੇ DTO ਵੱਲੋਂ ਕੀਤੀ ਲੁੱਟ ਖਸੁੱਟ ਸਭ ਬਾਰੇ ਦੱਸਿਆ ਅਤੇ ਪਰਿਵਾਰ ਤੋਂ ਦੂਰ ਰਹਿ ਕੇ ਵੀ ਇਹ ਸਭ ਬਰਦਾਸ਼ਤ ਕਰਨ ਦੀਆਂ ਗੱਲਾਂ ਦੱਸੀਆਂ। ਲੱਦਾਖ ਹੋਵੇ ਜਾਂ ਪੰਜਾਬ, ਟਰੱਕ ਡਰਾਈਵਰਾਂ ਦੀਆਂ ਮੁਸੀਬਤਾਂ ਤਕਰੀਬਨ ਸਾਰੇ ਭਾਰਤ ਵਿੱਚ ਹਰ ਥਾਂ ਇੱਕੋ ਜਿਹੀਆਂ ਹੀ ਹਨ। मुसाफिर हूँ यारो, ना घर है ना ठिकाना। मुसाफिर हूँ यारो। ਸਭ ਠੀਕ ਚੱਲ ਰਿਹਾ ਸੀ। ਅਸੀਂ ਲੇਹ ਤੋਂ ਕੋਈ 50 ਕੁ ਕਿਲੋਮੀਟਰ ਦੂਰ ਸਾਂ। ਅਸੀਂ ਆਪਣੇ ਆਪਣੇ ਤਜਰਬੇ ਸਾਂਝੇ ਕਰਦਿਆਂ ਤੇ ਰਸਤੇ ਦੀਆਂ ਖੂਬਸੂਰਤੀਆਂ ਨੂੰ ਮਾਣਦਿਆਂ ਇੱਕ ਪਹਾੜੀ ਉਚਾਈ 'ਤੇ ਚੱਲ ਰਹੇ ਸਾਂ ਕਿ ਅਚਾਨਕ ਟਰੱਕ ਦੇ ਇੰਜਨ ਵਿੱਚੋਂ ਕੁਝ ਖਰਾਬ ਹੋਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਡਰਾਈਵਰ ਨੇ ਖਾਲੀ ਥਾਂ ਵੇਖ ਕੇ ਟਰੱਕ ਰੋਕਿਆ
ਤੇ ਉਸਨੇ ਦੇਖਿਆ ਅੰਦਰੋਂ ਸ਼ਾਇਦ ਉਸਦੀ ਕੋਈ ਬੈਲਟ ਖਰਾਬ ਹੋ ਗਈ ਸੀ, ਜਿਸ ਨੂੰ ਬਦਲੇ ਬਿਨਾ ਅੱਗੇ ਜਾਣਾ ਨਾਮੁਮਕਿਨ ਸੀ। ਮੈਂ ਉਹਨਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਤੇ ਅਸੀਂ ਕੁਝ ਦੇਰ ਤੱਕ ਬੈਲਟ ਬਦਲਣ ਦੀ ਕੋਸ਼ਿਸ਼ ਵੀ ਕਰਦੇ ਰਹੇ, ਪਰ ਸਭ ਬੇਕਾਰ ਗਿਆ। ਉਹ ਮੈਨੂੰ ਕਹਿਣ ਲੱਗੇ, ਸਿੰਘ ਸਾਹਿਬ, ਤੁਸੀਂ ਸਫ਼ਰ ਜਾਰੀ ਰੱਖੋ। ਮੇਰੀ ਗੱਡੀ ਪਿੱਛੇ ਹੋਰ ਆ ਰਹੀ ਹੈ, ਪਰ ਉਹ 6-7 ਘੰਟੇ ਤੱਕ ਆਏਗੀ। ਨਹੀਂ ਤਾਂ ਮੇਰੇ ਕੋਲ ਆਪਣੇ ਹੋਰ ਵੀ ਹੱਲ ਹਨ। ਨਾਲੇ ਤੁਸੀਂ ਸਾਡੇ ਡਰਾਈਵਰਾਂ ਦੇ ਇੰਤਜ਼ਾਮ ਤਾਂ ਵੇਖ ਹੀ ਲਏ ਹਨ। ਉਸਨੇ ਮੇਰੇ ਕੋਲੋਂ ਪੁੱਛਿਆ, ਤੁਹਾਨੂੰ ਆਕਸੀਜਨ ਦੀ ਕਮੀ ਕਰਕੇ ਸਾਹ ਲੈਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੋ ਰਹੀ? ਫਿਲਹਾਲ ਮੈਨੂੰ ਸਾਹ ਲੈਣ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੋ ਰਹੀ ਸੀ। ਤਾਂ ਠੀਕ ਹੈ, ਤੁਸੀਂ ਇੱਥੋਂ ਪੈਦਲ ਚੱਲ ਕੇ ਕੁਝ ਕਿਲੋਮੀਟਰ ਦੀ ਦੂਰੀ ਤੇ ਇੱਕ ਛੋਟੀ ਜਿਹੀ 8-10 ਘਰਾਂ ਦੀ ਬਸਤੀਨੁਮਾ ਥਾਂ ਹੈ, ਜਿੱਥੇ ਤੁਹਾਨੂੰ ਕੋਈ ਸਾਧਨ ਮਿਲ ਸਕੇ ਸ਼ਾਇਦ। ਨਹੀਂ ਤਾਂ ਤੁਸੀਂ ਉੱਥੇ ਕਮਰੇ ਵਿੱਚ ਢਾਬੀਨੁਮਾ ਥਾਂ ਤੇ ਮੇਰਾ ਇੰਤਜ਼ਾਰ ਕਰਨਾ। ਬਸ ਇੱਕ ਗੱਲ ਯਾਦ ਰੱਖਣਾ, ਸੜਕ ਨਾ ਛੱਡਣਾ। ਉਹ ਇੰਜਨ ਦੀ ਗਰੀਸ ਨਾਲ ਲਿਬੜੇ ਹੱਥਾਂ ਨੂੰ ਸਾਫ਼ ਕਰਦੇ ਹੋਏ ਬੋਲੇ। ਠੀਕ ਹੈ ਜੀ, ਤੁਸੀਂ ਠੀਕ ਕਹਿ ਰਹੇ ਹੋ। ਮੈਂ ਉੱਥੇ ਕੁਝ ਖਾ ਵੀ ਲਵਾਂਗਾ, ਸਵੇਰ ਦਾ ਨਿਕਲਿਆ ਹਾਂ, ਅਤੇ ਕੁਝ ਦੇਰ ਆਰਾਮ ਵੀ ਕਰ ਲਵਾਂਗਾ ਜੇ ਕੋਈ ਸਾਧਨ ਮਿਲ ਗਿਆ ਤੇ। ਨਹੀਂ ਤਾਂ ਤੁਸੀਂ ਤਾਂ ਹੋ ਹੀ। ਰੱਬ ਨੇ ਚਾਹਿਆ ਤਾਂ ਫੇਰ ਮਿਲਾਂਗੇ। ਮੈਂ ਪਿੱਠੂ ਬੈਗ ਚੁੱਕਿਆ ਤੇ ਉਹਨਾਂ ਤੋਂ ਵਿਦਾ ਲਈ। ਪਾਣੀ ਦੀ ਬੋਤਲ ਮੈਂ ਆਪਣੀ ਬੈਠਣ ਵਾਲੀ ਸੀਟ ਤੇ ਹੀ ਭੁੱਲ ਗਿਆ। ਮੈਂ ਹਾਲੇ 2 ਕਿਲੋਮੀਟਰ ਹੀ ਤੁਰਿਆ ਸੀ ਕਿ ਆਕਸੀਜਨ ਦੀ ਕਮੀ ਕਰਕੇ ਸਾਹ ਫੁੱਲਣ ਲੱਗ ਪਿਆ। ਮੈਂ ਕੁਝ ਦੇਰ ਦਮ ਲੈਣ ਲਈ ਸੜਕ ਦੀ ਨੁੱਕਰ ਤੇ ਪਹਾੜ ਦੀ ਖਾਈ ਵੱਲ ਮੂੰਹ ਕਰਕੇ ਬੈਠ ਗਿਆ। ਇਹ ਇੱਕ ਉੱਚੇ ਪਰਬਤਾਂ ਦੀ ਲੜੀ ਸੀ ਜੋ ਸੜਕ ਦੇ ਖੱਬੇ ਤੋਂ ਸੱਜੇ ਦੂਰ ਤੱਕ ਫੈਲੀ ਸੀ ਤੇ ਜਿਸ ਦਾ ਕੋਈ ਵੀ ਅੰਤ ਨਜ਼ਰ ਨਹੀਂ ਆ ਰਿਹਾ ਸੀ। ਇਹ ਸਭ ਅਚੰਭੇ ਭਰਿਆ ਸੀ, ਜਿਵੇਂ ਕਿਸੇ ਹੋਰ ਗ੍ਰਹਿ ਦੀ ਦੁਨੀਆ। ਬਹੁਤ ਚੁੱਪ-ਚਾਂ ਛਾਈ ਹੋਈ ਸੀ। ਕਿਤੇ ਬੇਹੱਦ ਪੂਰੀ ਜਿਹੀ ਤੇ ਕਿਤੇ ਲਾਲ ਜਿਹੀ ਮਿੱਟੀ ਸੀ, ਜਾਂ ਡੱਬ ਖੜੱਬੀ ਮਿੱਟੀ ਸੀ, ਅਤੇ ਆਪਣੇ ਸਾਹ ਲੈਣ ਦੀ ਆਵਾਜ਼ ਤੱਕ ਸੁਣ ਰਹੀ ਸੀ ਕਿ ਅਚਾਨਕ ਦੂਰ ਸਾਹਮਣੇ ਵਾਲੀ ਪਹਾੜੀ ਤੇ ਧੁੰਦਲਾ ਜਿਹਾ ਇੱਕ ਸ਼ਖਸ ਨਜ਼ਰ ਆਇਆ। ਮੈਂ ਗੌਰ ਨਾਲ ਵੇਖਿਆ ਤਾਂ ਹੌਲੀ-ਹੌਲੀ ਅੱਖਾਂ ਤੋਂ ਓਝਲ ਹੋ ਗਿਆ।